ਹੈਲੋ ਸਟੂਡੈਂਟਸ, ਗੁੱਡ ਮਾਰਨਿੰਗ ਟੂ ਆਲ ਆਫ ਯੂ। ਲੈਟਸ ਲਰਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਡਿਸਕਸ ਕਰਾਂਗੇ ਚੈਪਟਰ ਨੰਬਰ 15 ਸਿਮੈਟਰੀ। ਹਾਂਜੀ ਸਟੂਡੈਂਟਸ, ਅਸੀਂ 16.1 ਔਰ 16.2 ਐਕਸਰਸਾਈਜ਼ ਕੀਤੀ ਸੀ ਔਰ 16.3 ਅਸੀਂ ਐਕਸਰਸਾਈਜ਼ ਨਹੀਂ ਕਰਨੀ ਹੈਗੀ। ਸੋ ਅੱਜ ਅਸੀਂ ਸਟਾਰਟ ਕਰਾਂਗੇ ਐਕਸਰਸਾਈਜ਼ 15.1। ਸੋ ਸਟਾਰਟ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਬਹੁਤਾ ਤੁਹਾਨੂੰ ਸਿਮੈਟਰੀ ਦੇ ਬਾਰੇ ਵਿੱਚ ਦੱਸਣਾ ਚਾਹੁੰਦੀ ਹਾਂ ਕਿ ਐਕਚੁਅਲੀ 'ਚ ਹੁੰਦਾ ਕੀ ਹੈ ਸਿਮੈਟਰੀ। ਦੇਖੋ, ਇਨ ਆਲਮੋਸਟ ਐਵਰੀ ਫੀਲਡ ਆਫ ਲਾਈਫ ਦੇਅਰ ਇਜ਼ ਅ ਯੂਜ਼ ਆਫ ਸਿਮੈਟਰੀ। ਕਿ ਮਤਲਬ ਸਾਡੀ ਜਿਹੜੀ ਲਾਈਫ ਆ ਉਹਦੇ ਵਿੱਚ ਸਿਮੈਟਰੀ ਦਾ ਯੂਜ਼ ਜਿਹੜਾ ਹੁੰਦਾ ਹੀ ਹੈ। ਇਨ ਨੇਚਰਸ ਦਾ ਫਲਾਵਰਸ, ਦਾ ਟਰੀ ਲੀਵਸ, ਦਾ ਵੀਹੀਵਸ, the body of almost all animals, even human beings are the best example of natural symmetry। ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੁਦਰਤੀ ਇੱਕ ਤਰ੍ਹਾਂ ਦੀਆਂ ਸਿਮੈਟਰੀ ਹੀ ਬਣਾਉਂਦੀਆਂ ਨੇ। ਦੇ ਆਰ ਮੈਨ ਮੇਡ ਆਬਜੈਕਟ ਵਿਚ ਆਰ ਐਗਜ਼ਾਮਪਲ ਆਫ ਸਿਮੈਟਰੀ। ਜਿਹੜੀਆਂ ਮੈਨ ਦੁਆਰਾ ਬਣਾਈਆਂ ਹੋਈਆਂ ਕਈ ਚੀਜ਼ਾਂ ਹੁੰਦੀਆਂ ਨੇ ਉਹ ਵੀ ਸਿਮੈਟਰੀ ਨੂੰ ਦਰਸਾਉਂਦੀਆਂ ਨੇ। ਜਿੱਦਾਂ ਐਗਜ਼ਾਮਪਲ ਦੇ ਵਜੋਂ ਡਿਜ਼ਾਈਨਰ ਆਫ ਕਲੋਥਿੰਗਸ ਔਰ ਜੁਐਲਰੀ, ਕਿਸੇ ਕਲੋਥ ਦਾ ਡਿਜ਼ਾਈਨ, ਕੱਪੜੇ ਦੇ ਉੱਤੇ ਡਿਜ਼ਾਈਨ ਕੱਢਿਆ ਹੁੰਦਾ ਹੈ ਜਾਂ ਜੁਐਲਰੀ ਦੇ ਉੱਪਰ ਡਿਜ਼ਾਈਨ ਹੁੰਦਾ ਹੈ। ਇਸ ਤਰ੍ਹਾਂ ਦੀ ਜਿਹੜੀ ਇਹ ਐਗਜ਼ਾਮਪਲ ਦੇ ਸਕਦੇ ਹਾਂ ਸਿਮੈਟਰੀ ਦੀ। ਦੇਖੋ ਕਿਸ ਤਰ੍ਹਾਂ ਐਕਚੁਅਲ 'ਚ ਸਿਮੈਟਰੀ ਹੁੰਦੀ ਕੀ ਆ। ਪਹਿਲਾਂ ਤਾਂ ਤੁਸੀਂ ਇਹ ਦੇਖੋ, ਸਿਮੈਟਰੀ ਦਾ ਮਤਲਬ ਹੁੰਦਾ ਹੈ ਕਿ ਜਿਸ ਤਰ੍ਹਾਂ ਮਤਲਬ ਦੇਖੋ, ਜੇ ਅ ਫਿਗਰ ਹੈਜ਼ ਲਾਈਨ ਸਿਮੈਟਰੀ ਇਫ ਦੇਅਰ ਇਜ਼ ਅ ਲਾਈਨ ਅਬਾਊਟ ਵਿਚ ਦ ਫਿਗਰ ਮੇ ਬੀ ਫੋਲਡਡ ਸੋ ਦੈਟ ਦ ਟੂ ਪਾਰਟਸ ਆਫ ਦ ਫਿਗਰ ਵਿਲ ਬੀ ਕੋਨਸਾਈਡ। ਮਤਲਬ ਕਹਿੰਦਾ ਇਹ ਮਤਲਬ ਕੀ ਆ ਕਿ ਜਿਸ ਤਰ੍ਹਾਂ ਹੁਣ ਆਪਣੇ ਕੋਲ ਇੱਕ ਦਿੱਤਾ ਹੋਇਆ ਉਹਨਾਂ ਨੇ ਕੋਈ ਵੀ, ਜਿਸ ਤਰ੍ਹਾਂ ਇਹ ਕੋਈ ਵੀ ਆਪਣੇ ਕੋਲ ਇਹ ਜਿਸ ਤਰ੍ਹਾਂ ਕੋਈ ਵੀ ਇੱਕ ਤਰ੍ਹਾਂ ਦੀ ਸ਼ੇਪ ਦੇ ਦਿੱਤੀ, ਇਹਦੇ ਵਿੱਚ ਨੰਬਰ ਆਫ ਲਾਈਨ ਆਫ ਸਿਮੈਟਰੀ ਇਸ ਤਰ੍ਹਾਂ ਡਰੋ ਕਰੀਏ। ਮਤਲਬ ਕਿ ਇਹ ਲਾਈਨ ਕਿਉਂ ਡਰੋ ਕੀਤੀ ਮੈਂ, ਕਿਉਂਕਿ ਜੇ ਮੈਂ ਇਸ ਆਬਜੈਕਟ ਨੂੰ ਮੈਂ ਫੋਲਡ ਕਰਾਂਗੀ, ਇੱਥੋਂ ਮਤਲਬ ਕਿ ਇਸ ਤਰ੍ਹਾਂ ਫੋਲਡ ਕਰਾਂਗੀ। ਜਿਸ ਤਰ੍ਹਾਂ ਤੁਸੀਂ ਇੱਕ ਫੋਰ ਐਗਜ਼ਾਮਪਲ ਇੱਕ ਇਮੈਜਿਨ ਕਰ ਲਓ ਕਿ ਇੱਕ ਪੇਪਰ ਹੈ, ਉਸਨੂੰ ਤੁਸੀਂ ਫੋਲਡ ਕਰਦੇ ਹੋ। ਫੋਲਡ ਤੁਸੀਂ ਇੱਕੋ ਜਿਹਾ ਕਰਦੇ ਹੋ ਜਿੱਥੋਂ ਤੁਸੀਂ ਉਹਨੂੰ ਫੋਲਡ ਕਰ ਲਿਆ, ਮਤਲਬ ਕਿ ਉਹ ਸੈਂਟਰ, ਮਤਲਬ ਇਹ ਮੰਨ ਲਿਆ ਕਿ ਇਹ ਸੈਂਟਰ ਹੈ ਜਿੱਥੋਂ ਤੁਸੀਂ ਉਹਨੂੰ ਫੋਲਡ ਕੀਤਾ। ਠੀਕ ਹੈ, ਇਹਦੇ ਵਿੱਚ ਨੰਬਰ ਆਫ ਲਾਈਨ ਆਫ ਸਿਮੈਟਰੀ ਦੇਖੋ, ਜੇ ਤੁਸੀਂ ਇਹਨੂੰ ਇੱਧਰ ਫੋਲਡ ਕਰ ਲਓਗੇ ਇੰਨਾ ਹੀ ਪੀਸ ਇੱਧਰ ਬਚੇਗਾ, ਇੰਨਾ ਹੀ ਪੀਸ ਇੱਧਰ ਬਚੇਗਾ। ਠੀਕ ਹੈ, ਸੇਮ ਸਾਈਜ਼ ਦਾ ਆਬਜੈਕਟ ਬਣ ਜਾਏਗਾ। ਠੀਕ ਹੈ, ਇੱਧਰ ਵੀ ਅਤੇ ਇੱਧਰ ਵੀ। ਇਸੇ ਤਰ੍ਹਾਂ ਜੇ ਮੈਂ ਇਸ ਤਰ੍ਹਾਂ ਇਹਨੂੰ ਫੋਲਡ ਕਰਾਂਗੀ ਫਿਰ ਵੀ ਤਾਂ ਸੇਮ ਹੀ ਸਾਈਜ਼ ਦਾ ਬਣ ਜਾਏਗਾ। ਜਿਵੇਂ ਇੱਧਰੋਂ ਇਹ ਦੋਨਾਂ ਦਾ ਮਤਲਬ ਕਿ ਸੇਮ ਜਿਹੜਾ ਆ ਸਾਈਜ਼ ਰਹੇਗਾ। ਸੋ ਇਹਨੂੰ ਆਪਾਂ ਬੋਲ ਸਕਦੇ ਹਾਂ ਕਿ ਇੱਕ ਤਰ੍ਹਾਂ ਦੀ ਸਿਮੈਟਰੀ ਹੈ। ਠੀਕ ਹੈ, ਇਹਦੇ 'ਤੇ ਨੰਬਰ ਆਫ ਲਾਈਨਸ ਆਫ ਸਿਮੈਟਰੀਜ਼ ਕਿਹੜੀਆਂ ਨੇ? 2 ਆ। ਠੀਕ ਹੈ, 2 ਤਰੀਕਿਆਂ ਨਾਲ ਆਪਾਂ ਇਸ ਨੂੰ ਫੋਲਡ ਕਰ ਸਕਦੇ ਹਾਂ, ਜਿਹਦੇ ਵਿੱਚ ਜਿਹੜਾ ਆਬਜੈਕਟ ਆ ਆਪਣੇ ਕੋਲ, ਜਿਹੜੀ ਸ਼ੇਪ ਆ ਉਹ ਐਜ਼ ਇਟ ਇਜ਼ ਉਨੀ ਹੀ ਰਵੇ। ਮਤਲਬ ਜਿੰਨੀ ਲੈਫਟ 'ਤੇ ਆ ਜਿੰਨੀ ਰਾਈਟ 'ਤੇ ਆ, ਮਤਲਬ ਸੇਮ ਜਿਹੜੀ ਆ ਸ਼ੇਪ ਰਵੇ। ਜਿਸ ਤਰ੍ਹਾਂ ਹੁਣ ਅੱਗੇ ਆਪਾਂ ਸਮਝਾਂਗੇ ਤੁਹਾਨੂੰ ਪਤਾ ਲੱਗ ਜਾਏਗਾ। ਜਿਸ ਤਰ੍ਹਾਂ ਇਹ ਦੇਖੋ, ਇਹ ਤਰ੍ਹਾਂ ਦਾ ਇੱਕ ਇਹ ਬਣਾਇਆ ਹੋਇਆ ਫਲਾਵਰ, ਇਹਦੇ ਵਿੱਚ ਜੇਕਰ ਮੈਂ ਨੰਬਰ ਆਫ ਲਾਈਨ ਸਿਮੈਟਰੀ ਡਰੋ ਕਰਾਂਗੀ, ਜਿਵੇਂ ਸੈਂਟਰ ਦੇ ਵਿੱਚ ਲਾਈਨ ਡਰੋ ਕਰ ਦੇਵਾਂਗੀ, ਇੱਧਰ ਵੀ ਉਨਾ ਬਚੇਗਾ, ਇੱਧਰ ਵੀ ਉਨਾ ਸੇਮ ਬਚੇਗਾ। ਠੀਕ ਹੈ, ਅਤੇ ਜੇ ਮੈਂ ਇੱਦਾਂ ਲਾਈਨ ਲਗਾਵਾਂਗੀ ਤਾਂ ਨੀਚੇ ਵੀ ਔਰ ਉੱਪਰ ਵੀ ਸੇਮ ਹੀ ਸ਼ੇਪ ਹਾਫ ਬਚੇਗੀ। ਠੀਕ ਹੈ, ਜਿਸ ਤਰ੍ਹਾਂ ਇਹ ਪੱਤਾ ਹੈ, ਇਹਦੇ ਵਿੱਚ ਮੈਂ ਨੰਬਰ ਆਫ ਲਾਈਨ ਆਫ ਸਿਮੈਟਰੀ ਜਿਹੜੀਆਂ 1 ਡਰੋ ਕਰਾਂਗੀ, ਮਤਲਬ ਜੇ ਇੱਥੋਂ ਹਾਫ ਪੀਸ ਇੱਧਰ ਬਚੇਗਾ, ਹਾਫ ਇੱਧਰ। ਸੋ ਇਸ ਤਰ੍ਹਾਂ ਦੀ ਐਗਜ਼ਾਮਪਲ ਦੇ ਸਕਦੇ ਹਾਂ ਆਪਾਂ ਸਿਮੈਟਰੀ ਲਈ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਇੰਗਲਿਸ਼ ਅਲਫਾਬੈਟਸ ਦੇ ਵਿੱਚੋਂ ਏ ਆ, ਇਹ ਅਲਫਾਬੈਟ ਹੈ, ਇਹਦੇ ਵਿੱਚ ਜੇ ਲਾਈਨ ਡਰੋ ਕਰਾਂਗੇ ਹਾਫ ਏ ਇੱਧਰ ਬਚੇਗੀ, ਹਾਫ ਏ, ਮਤਲਬ ਕਿ ਏ ਦਾ ਜਿਹੜਾ ਹਾਫ ਪੋਰਸ਼ਨ ਹੈ ਜਿੱਦਾਂ ਦਾ ਇੱਧਰ ਹੋਏਗਾ ਉੱਦਾਂ ਦਾ ਹੀ ਉੱਧਰ ਹੋਏਗਾ। ਇਸੇ ਤਰ੍ਹਾਂ ਬੀ ਨੂੰ ਆਪਾਂ ਇੱਥੋਂ ਸਿਮੈਟਰੀ ਕਰ ਸਕਦੇ ਹਾਂ ਇਹਦੀ ਡਰੋ, ਕਿਉਂਕਿ ਇੰਨਾ ਹੀ ਉੱਦਾਂ ਦਾ ਹੀ ਇੱਧਰ ਆਬਜੈਕਟ ਬਚੇਗਾ ਔਰ ਇੱਧਰ ਅੱਧਾ ਜਿਹੜਾ ਪੋਰਸ਼ਨ ਆ ਬੀ ਦਾ ਅਲਫਾਬੈਟ ਦਾ ਉਹ ਹਾਫ ਉਨਾ ਹੀ ਰਹੇਗਾ। ਜਿੱਦਾਂ ਸੀ ਦਾ ਵੀ ਦੇਖ ਲਓ, ਡੀ ਦਾ ਵੀ ਦੇਖ ਲਓ। ਠੀਕ ਹੈ, ਇਹ ਸੀਗੇ ਨੰਬਰ ਆਫ ਸਿਮੈਟਰੀ, ਲਾਈਨਸ ਆਫ ਸਿਮੈਟਰੀ, ਜਿੰਨਾ ਮਤਲਬ ਕਿ ਆਪਾਂ ਉਹਦੇ 'ਤੇ ਲਾਈਨਸ ਲਗਾਉਣੇ ਆ। ਠੀਕ ਹੈ, ਦੇਖੋ ਹੁਣ ਆਪਾਂ ਐਕਸਰਸਾਈਜ਼ 'ਤੇ ਆਉਂਦੇ ਹਾਂ, ਤੁਹਾਨੂੰ ਕਲੀਅਰ ਹੋ ਜਾਏਗਾ ਜ਼ਿਆਦਾ। ਜਿਸ ਤਰ੍ਹਾਂ 15.1 ਦੇ ਵਿੱਚ ਹੈ, ਐਗਜ਼ਾਮਿਨ ਦਾ ਫੋਲੋਇੰਗ ਸ਼ੇਪਸ ਐਂਡ ਸੇ ਵਿਚ ਆਫ ਦੀਜ਼ ਹੈਵ ਦਾ ਲਾਈਨ ਔਰ ਲਾਈਨਸ ਆਫ ਸਿਮੈਟਰੀ ਐਂਡ ਵਿਚ ਡੂ ਨਾਟ ਹੈਵ ਐਨੀ ਲਾਈਨ ਆਫ ਸਿਮੈਟਰੀ। ਜਿਨ੍ਹਾਂ ਦੇ ਵਿੱਚ ਲਾਈਨ ਆਫ ਸਿਮੈਟਰੀ ਡਰੋ ਹੁੰਦੀ ਹੈ ਉਹ ਦੱਸੋ, ਅਤੇ ਜਿਨ੍ਹਾਂ ਵਿੱਚ ਨਹੀਂ ਹੁੰਦੀ ਉਹ ਦੱਸਣਾ ਹੈ। ਜਿਸ ਤਰ੍ਹਾਂ ਹੁਣ ਦੇਖੋ, ਫਸਟ ਦੇ ਵਿੱਚ ਆਪਾਂ ਇਹਨੂੰ ਨੰਬਰ ਆਫ ਲਾਈਨਸ ਜਿਹੜੀਆਂ ਸਿਮੈਟਰੀ ਦੀਆਂ ਡਰੋ ਕਰ ਸਕਦੇ ਹਾਂ। ਇਸ ਤਰ੍ਹਾਂ ਜਿੱਥੇ ਮੈਂ ਇੱਦਾਂ ਲਾਈਨ ਡਰੋ ਕਰਾਂ, ਹਾਫ ਪੋਰਸ਼ਨ ਸੇਮ ਬਚੇਗਾ ਨਾ। ਸੋ ਇਹਦਾ ਆਨਸਰ ਕੀ ਆਏਗਾ? ਯੈਸ। ਠੀਕ ਹੈ, ਇਹਦੇ ਨੰਬਰ ਜਾਣੀ ਕਿ ਲਾਈਨਸ ਜਿਹੜੀਆਂ ਸਿਮੈਟਰੀ ਦੀਆਂ ਉਹ 1 ਹੀ ਡਰੋ ਹੋਏਗੀ। ਤੁਸੀਂ ਇੱਥੇ ਸਿਰਫ ਇਹਦਾ ਆਨਸਰ ਯੈਸ ਲਿਖਣਾ ਹੈ। ਸਮਝਣ ਦੇ ਲਈ ਤੁਸੀਂ ਸਮਝ ਲਓ ਕਿ ਇੱਥੇ ਡਰੋ ਕਰਾਂਗੇ ਤਾਂ ਹੀ ਇਹ ਸਿਮੈਟਰੀ ਇਹਦੀ ਡਰੋ ਹੋ ਜਾਣੀ ਹੈ। ਹੁਣ ਜਿੱਦਾਂ ਸੈਕਿੰਡ ਡਾਇਗਰਾਮ ਦੇ ਵਿੱਚੋਂ ਦੇਖੋ, ਇਹਦੇ ਵਿੱਚ ਜਿਹੜੀ ਸਿਮੈਟਰੀ ਆ ਉਹ ਡਰੋ ਨਹੀਂ ਹੋਏਗੀ। ਠੀਕ ਹੈ, ਕਿਉਂਕਿ ਇਹਦੇ ਵਿੱਚ 2 ਸੈਂਟੀਮੀਟਰ ਹੈ, ਇੱਧਰ 3 ਸੈਂਟੀਮੀਟਰ ਹੈ। ਜੇ ਤਾਂ ਇੱਥੇ 3 ਸੈਂਟੀਮੀਟਰ ਹੁੰਦਾ, ਇੱਥੇ ਵੀ 3 ਸੈਂਟੀਮੀਟਰ ਹੁੰਦਾ, ਫਿਰ ਮੈਂ ਇੱਥੇ ਲਾਈਨ ਲਗਾ ਸਕਦੀ ਸੀ ਔਰ ਜਿੰਨਾ ਪੋਰਸ਼ਨ ਇੱਧਰ ਬਚਣਾ ਸੀ ਉतना ਹੀ ਉੱਧਰ ਆ ਜਾਣਾ ਸੀ। ਬਟ ਇਹਦੇ ਵਿੱਚ 2 ਸੈਂਟੀਮੀਟਰ ਇੱਧਰ ਆ, 3 ਸੈਂਟੀਮੀਟਰ ਇੱਧਰ ਆ, ਮੀਨਸ ਇੱਧਰ ਜ਼ਿਆਦਾ ਇੱਧਰ ਘੱਟ ਆ। ਸੋ ਜੇ ਮੈਂ ਇੱਥੇ ਲਾਈਨ ਵੀ ਡਰੋ ਕਰ ਦਿਆਂਗੀ ਦੈਨ ਇਹ ਲਾਈਨ ਸਿਮੈਟਰੀ ਜਿਹੜੀ ਹੈ ਸਹੀ ਡਰੋ ਨਹੀਂ ਹੋਣੀ ਹੈਗੀ। ਸੋ ਇਹਨੂੰ ਆਪਾਂ ਨੋ ਕਹਿ ਸਕਦੇ ਹਾਂ। ਸੋ ਇਹਦਾ ਆਨਸਰ ਕੀ ਆਏਗਾ? ਨੋ।
और थर्ड का देखो, थर्ड दे विच 90 डिग्री का एंगल बन रहा है, ठीक है। सो ये जे मैं इत्थों लाइन इदा ड्रॉ कराँगी, हाफ पोर्शन इधर हाफ पोर्शन इधर, इक्वल बचेगा, ठीक है। सो ये सिमेट्री ड्रॉ हो रही है, सो यस। इस तरह डबल्यू दे विच मैं इत्थों देखो लाइन ऑफ सिमेट्री जिधर ड्रॉ कराँगी, वी इधर बन जाएगी, वी इधर बन जाएगी, सो इट मीनस ये भी की है यस। ਇਹਦੇ ਵਿੱਚ नो आया, यस 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 ਤੁਸੀਂ आंसर लिखना है। इस तरह देखो फिफ्थ ਦੇ ਵਿੱਚ ਇਹਦੇ ਵਿੱਚ ਆਪਣੇ ਕੋਲ ਐਲ ਦੀ ਜਿਹੜੀ ਆ ਸ਼ੇਪ ਬਣੀ, ਐਲ ਆ ਇੱਕ ਅਲਫਾਬੈਟ ਆ। ਇਹਦੇ ਵਿੱਚ ਜੇ ਮੈਂ ਇੱਥੋਂ ਲਾਈਨ ਡਰਾ ਕਰਾਂਗੀ, ਠੀਕ ਹੈ, ਦੈਨ ਆਪਣੇ ਕੋਲ ਇੱਧਰ ਪੋਰਸ਼ਨ ਘੱਟ ਰਹੇਗਾ, ਇੱਧਰ ਜ਼ਿਆਦਾ ਰਹੇਗਾ, ਸੋ ਇੱਥੇ ਆਪਣੀ ਸਿਮੈਟਰੀ ਜਿਹੜੀ ਡਰਾ ਨਹੀਂ ਹੋਣੀ। ਸੋ ਇਹਦਾ ਆਨਸਰ ਕੀ ਆਏਗਾ? ਨੋ। ਇਹਦੇ ਵਿੱਚ ਦੇਖੋ ਸ਼ੇਪ ਆਪਣੇ ਕੋਲ ਸੇਮ ਹੈ, ਜੇ ਮੈਂ ਇੱਦਾਂ ਇੱਥੋਂ ਲਾਈਨ ਡਰਾ ਕਰਾਂਗੀ, ਠੀਕ ਹੈ, ਇੱਧਰ ਪੋਰਸ਼ਨ ਤੇ ਇੱਧਰ ਪੋਰਸ਼ਨ ਸੇਮ ਸੇਮ ਬਣੇਗਾ, ਸੋ ਇਹ ਯੈਸ ਆਏਗਾ। ਇਸੇ ਤਰ੍ਹਾਂ ਇਹਦੇ ਵਿੱਚ ਵੀ ਹਾਫ ਦੇਖੋ, ਜੇ ਇੱਦਾਂ ਮੈਂ ਡਰਾ ਕਰਾਂਗੀ ਜਾਂ ਫਿਰ ਮੈਂ ਜੇ ਇੱਦਾਂ ਕਰਾਂਗੀ ਡਰਾ ਸਿਮੈਟਰੀ ਨੂੰ, ਦੈਨ ਇਹ ਕੀ ਹੋਏਗਾ? ਡਰਾ ਹੋ ਜਾਏਗਾ, ਸੋ ਇਹ ਵੀ ਕੀ ਹੈ? ਯੈਸ। ਇਸੇ ਤਰ੍ਹਾਂ ਇਹ ਸ਼ੇਪ ਦੇਖੋ, ਜੇ ਇੱਦਾਂ ਆਪਾਂ ਲਾਈਨ ਡਰਾ ਕਰਾਂਗੇ, ਇਹਦੇ ਵਿੱਚ ਵੀ ਹਾਫ ਪੋਰਸ਼ਨ ਇੱਧਰ ਤੇ ਹਾਫ ਪੋਰਸ਼ਨ ਇੱਧਰ ਸੇਮ ਸੇਮ ਬਣੇਗਾ, ਸੋ ਇਹ ਵੀ ਕੀ ਹੈ? ਯੈਸ। ਔਰ ਇਹਦੇ ਵਿੱਚ ਵੀ ਦੇਖੋ, ਇਹਦੇ ਵਿੱਚ ਇੱਕ ਮੈਂ ਲਾਈਨ ਡਰਾ ਕਰਾਂਗੀ ਇਸ ਤਰ੍ਹਾਂ ਸਿੱਧੀ, ਇੱਧਰ ਵੀ ਸੇਮ ਇੱਧਰ ਵੀ ਸੇਮ, ਸੋ ਇਹ ਵੀ ਯੈਸ ਆ। ਐਫ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਜਿੱਥੇ ਆਪਾਂ ਸਿਮੈਟਰੀ ਡਰਾ ਕਰ ਸਕਦੇ ਹਾਂ, ਸੋ ਇਹਦਾ ਆਨਸਰ ਨੋ ਆਏਗਾ। ਸੋ ਇਹਦੇ ਵਿੱਚ ਦੇਖਣ ਵਾਲੀ ਚੀਜ਼ ਇਹ ਆ, ਸਮਝਣ ਵਾਲੀ ਚੀਜ਼ ਇਹ ਆ ਕਿ ਜਦੋਂ ਆਪਾਂ ਕੋਈ ਵੀ ਆਪਾਂ ਨੂੰ ਆਬਜੈਕਟ ਕੋਈ ਵੀ ਸ਼ੇਪ ਦਿੱਤੀ ਹੋਈ ਆ, ਉਹਦੇ ਵਿੱਚ ਆਪਾਂ ਲਾਈਨ ਡਰਾ ਕਰਕੇ ਦੇਖਣੀ ਆ ਕਿ ਉਹਦੇ ਵਿੱਚ ਜਿਹੜਾ ਜਿੱਥੇ ਆਪਾਂ ਲਾਈਨ ਡਰਾ ਕਰੀਏ, ਜਿੱਦਾਂ ਹੁਣ ਇੱਥੇ ਆਪਾਂ ਲਾਈਨ ਡਰਾ ਕੀਤੀ ਸੀਗੀ, ਇੱਧਰਲੇ ਸਾਈਡ ਵੀ ਔਰ ਇੱਧਰਲੀ ਸਾਈਡ ਵੀ, ਦੋਨੇ ਸਾਈਡ ਜਾਣੀ ਕਿ ਸੇਮ ਆਪਣੇ ਕੋਲ ਸਾਈਜ਼ ਦਾ ਆਬਜੈਕਟ ਉਨਾ ਹੀ ਬਣਨਾ ਚਾਹੀਦਾ, ਠੀਕ ਹੈ। ਜਿਸ ਤਰ੍ਹਾਂ ਕੋਈ ਪੇਜ ਹੈ, ਪੇਜ ਨੂੰ ਫੋਲਡ ਕਰਦੇ ਹਾਂ ਆਪਾਂ, ਇੱਕੋ ਜਿਹਾ ਫੋਲਡ ਕਰਦੇ ਹਾਂ ਕਿ ਹਾਫ ਉੱਧਰ ਬਚ ਜਾਵੇ ਹਾਫ ਉੱਧਰ ਬਚ ਜਾਵੇ, ਸੋ ਇਹੀ ਕੀ ਆਪਣੀ ਸਿਮੈਟਰੀ ਹੈ, ਠੀਕ ਹੈ। ਉਸ ਤੋਂ ਬਾਅਦ ਦੇਖੋ ਸੈਕਿੰਡ ਪਾਰਟ, ਇਹ ਮੈਂ ਡਰਾ ਕਰ ਲਿਆ ਪਹਿਲਾਂ ਹੀ। ਡਰਾ ਦ ਲਾਈਨ ਆਫ ਸਿਮੈਟਰੀ ਇਨ ਈਚ ਆਫ ਦਾ ਫੋਲੋਇੰਗ ਫਿਗਰਸ। ਇਹਦੇ ਵਿੱਚ ਸਿਮੈਟਰੀ ਡਰਾ ਕਰਨੀ ਹੈ ਫਿਗਰਸ ਦੇ ਵਿੱਚ। ਦੇਖੋ ਜਿੱਦਾਂ ਇੱਕ ਓਵਲ ਸ਼ੇਪ ਦਿੱਤੀ ਸੀਗੀ, ਸਿਮੈਟਰੀ ਆਪਾਂ ਕਿੱਦਾਂ ਡਰਾ ਕਰ ਸਕਦੇ ਹਾਂ? ਜਾਂ ਤਾਂ ਇਹਨੂੰ ਇੱਦਾਂ ਆਪਾਂ ਇਸ ਤਰ੍ਹਾਂ ਫੋਲਡ ਕਰ ਸਕਦੇ ਹਾਂ, ਜਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਸਕਦੇ, ਮਤਲਬ ਕਿ ਉੱਪਰੋਂ ਨੀਚੇ ਨੂੰ ਫੋਲਡ ਕਰ ਸਕਦੇ, ਜਾਂ ਲੈਫਟ ਟੂ ਰਾਈਟ ਫੋਲਡ ਕਰ ਸਕਦੇ, ਠੀਕ ਹੈ। ਸੋ ਇਹਦੇ ਵਿੱਚ ਨੰਬਰ ਆਫ ਲਾਈਨਸ ਕਿੰਨੇ ਲੱਗਣੀਆਂ? 2। ਇਹਦੇ ਵਿੱਚ ਦੇਖੋ ਜਿਸ ਤਰ੍ਹਾਂ ਇਹਦੇ ਵਿੱਚ ਆਪਣੇ ਕੋਲ ਹਾਫ ਦਿੱਤਾ ਹੋਇਆ ਸਰਕਲ, ਇਹਦੇ ਵਿੱਚ ਇੱਕ ਲਾਈਨ ਡਰਾ ਕਰਾਂਗੇ, ਇੱਕ ਲਾਈਨ ਜੇ ਡਰਾ ਕਰਾਂਗੇ, ਦੇਖੋ ਇਹ ਜਦੋਂ ਇੱਧਰ ਫੋਲਡ ਕਰਾਂਗੇ ਉੱਧਰ ਵੀ ਇੰਨਾ, ਔਰ ਰਾਈਟ ਹੈਂਡ ਸਾਈਡ 'ਤੇ ਵੀ ਉਨਾ ਹੀ ਬਚੇਗਾ। ਸੋ ਇਹਦੇ ਵਿੱਚ ਦੇਖੋ ਇੱਕ ਫਲਾਵਰ ਹੈ, ਇਹਦੀ ਨੰਬਰ ਆਫ ਲਾਈਨ ਸਿਮੈਟਰੀ ਜਿਹੜੀਆਂ 2 ਆਏਗੀਆਂ, ਕਿਉਂਕਿ ਇਹਦੇ ਵਿੱਚ ਜੇ ਆਪਾਂ ਇਹਨੂੰ ਫਲਾਵਰ ਨੂੰ ਇਸ ਤਰ੍ਹਾਂ ਵੀ ਫੋਲਡ ਕਰ ਸਕਦੇ, ਮਤਲਬ ਲੈਫਟ ਟੂ ਰਾਈਟ, ਰਾਈਟ ਟੂ ਲੈਫਟ ਵੀ ਫੋਲਡ ਕਰ ਸਕਦੇ ਹਾਂ, ਔਰ ਟੌਪ ਟੂ ਬਾਟਮ ਵੀ ਫੋਲਡ ਕਰ ਸਕਦੇ ਹਾਂ, ਠੀਕ ਹੈ। ਇਸੇ ਤਰ੍ਹਾਂ ਇਹਦੇ ਵਿੱਚ ਵੀ ਆਪਾਂ ਦੇਖੋ, ਇਹਦੇ ਵਿੱਚ ਲੈਫਟ ਟੂ ਰਾਈਟ ਔਰ ਰਾਈਟ ਟੂ ਲੈਫਟ ਫੋਲਡ ਕਰ ਸਕਦੇ, ਬਟ ਟੌਪ ਟੂ ਬਾਟਮ ਨਹੀਂ ਫੋਲਡ ਕਰ ਸਕਦੇ। ਟੌਪ ਟੂ ਬਾਟਮ ਕਿਉਂ ਨਹੀਂ ਫੋਲਡ ਕਰ ਸਕਦੇ? ਕਿਉਂਕਿ ਆਪਣੇ ਕੋਲ ਜਿਹੜੀ ਇਹ ਵਾਲੀ ਲਾਈਨ ਹੈ ਔਰ ਇਹ ਵਾਲੀ ਲਾਈਨ ਹੈ, ਇਹ ਡਿਫਰੈਂਟ ਦਿੱਤੀ ਹੋਈ ਹੈ। ਮੀਨਸ ਇਹਦੀ ਲੈਂਥ ਔਰ ਇਹਦੀ ਲੈਂਥ ਕੀ ਹੈ? ਡਿਫਰੈਂਟ ਹੈ, ਔਰ ਇਹਦੀ ਲੈਂਥ ਔਰ ਇਹਦੀ ਲੈਂਥ ਵੀ ਡਿਫਰੈਂਟ ਹੈ, ਠੀਕ ਹੈ। ਬਟ ਇਹਨਾਂ ਦੋਨਾਂ ਦੀ ਲੈਂਥ ਸੇਮ ਹੈ ਔਰ ਇਹਨਾਂ ਦੋਨਾਂ ਦੀ ਲੈਂਥ ਸੇਮ ਹੈ, ਤਾਂ ਕਰਕੇ ਇਹਨੂੰ ਇਸ ਤਰ੍ਹਾਂ ਇੱਦਾਂ ਇਸ ਤਰ੍ਹਾਂ ਫੋਲਡ ਕਰ ਸਕਦੇ, ਜਾਂ ਫਿਰ ਲੈਫਟ ਟੂ ਰਾਈਟ ਜਾਂ ਰਾਈਟ ਟੂ ਲੈਫਟ ਫੋਲਡ ਕਰ ਸਕਦੇ, ਬਟ ਟੌਪ ਟੂ ਬਾਟਮ ਫੋਲਡ ਨਹੀਂ ਕਰ ਸਕਦੇ। ਇਸੇ ਤਰ੍ਹਾਂ ਦੇਖੋ ਫਿਫਥ ਦੇ ਵਿੱਚ 2 ਸਰਕਲ ਦਿੱਤੇ ਹੋਏ ਆ ਜੋ ਕਿ ਆਪਸ ਵਿੱਚ ਕੱਟਦੇ ਆ। ਇਹਨੂੰ ਵੀ ਆਪਾਂ ਦੇਖੋ ਇਸ ਤਰ੍ਹਾਂ ਆਪਾਂ ਕੱਟ ਸਕਦੇ ਹਾਂ, ਇਸ ਤਰ੍ਹਾਂ ਇਹਨੂੰ ਆਪਾਂ ਫੋਲਡ ਕਰ ਸਕਦੇ ਹਾਂ, ਔਰ ਟੌਪ ਟੂ ਬਾਟਮ ਵੀ ਫੋਲਡ ਕਰ ਸਕਦੇ, ਲੈਫਟ ਟੂ ਰਾਈਟ ਵੀ ਫੋਲਡ ਕਰ ਸਕਦੇ। ਇਸ ਤਰ੍ਹਾਂ ਇਹਦੇ ਵਿੱਚ ਵੀ ਆਪਾਂ ਇਹਨੂੰ ਟੌਪ ਟੂ ਬਾਟਮ ਹੀ ਫੋਲਡ ਕਰ ਸਕਦੇ, ਨਾ ਕਿ ਲੈਫਟ ਟੂ ਰਾਈਟ। ਬਸ ਇਸ ਤਰ੍ਹਾਂ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਇਹਦੇ ਵਿੱਚ ਲਾਈਨ ਆਫ ਸਿਮੈਟਰੀ ਇੱਥੇ ਹੀ ਡਰਾ ਹੋਏਗੀ, ਠੀਕ ਹੈ। ਇਹ ਲਾਈਨ ਆਫ ਸਿਮੈਟਰੀ ਡਰਾ ਹੋਏਗੀ, ਇਹਨੂੰ ਇੱਦਾਂ ਤੁਸੀਂ ਫੋਲਡ ਕਰ ਸਕਦੇ ਹੋ ਕੋਰਨਰ ਤੋਂ, ਡਾਇਗਨਲੀ ਫੋਲਡ ਕਰ ਸਕਦੇ ਹਾਂ, ਠੀਕ ਹੈ। ਇਹਦੇ ਵਿੱਚ ਵੀ ਆਪਾਂ ਲੈਫਟ ਟੂ ਰਾਈਟ ਔਰ ਰਾਈਟ ਟੂ ਲੈਫਟ ਫੋਲਡ ਕਰ ਸਕਦੇ, ਟੌਪ ਟੂ ਬਾਟਮ ਫੋਲਡ ਨਹੀਂ ਕਰ ਸਕਦੇ। ਇਸੇ ਤਰ੍ਹਾਂ ਇਹ ਸਿਲੰਡਰ ਦੀ ਸ਼ੇਪ ਆ, ਸਿਲੰਡਰ ਨੂੰ ਆਪਾਂ ਲੈਫਟ ਟੂ ਰਾਈਟ, ਰਾਈਟ ਟੂ ਲੈਫਟ ਫੋਲਡ ਕਰ ਸਕਦੇ ਹਾਂ, ਬਟ ਟੌਪ ਟੂ ਬਾਟਮ ਫੋਲਡ ਨਹੀਂ ਕਰ ਸਕਦੇ। ਇਹ ਤੁਸੀਂ ਧਿਆਨ ਵਿੱਚ ਉਸ ਤਰ੍ਹਾਂ ਰੱਖ ਲਓ ਕਿ ਇਹਨੂੰ ਆਪਾਂ ਮਤਲਬ ਲਾਈਨ ਇੱਦਾਂ ਡਰਾ ਕਰੀਏ ਕਿ ਇਹਨੂੰ ਫੋਲਡ ਕਰਕੇ ਦੇਖੋ, ਇੱਕ ਤਰ੍ਹਾਂ ਨਾਲ ਇਮੈਜਿਨ ਕਰੋ ਕਿ ਇਹਨੂੰ ਫੋਲਡ ਕਰੀਏ, ਇਸ ਤਰ੍ਹਾਂ ਲਾਈਨ ਡਰਾ ਕਰੀਏ ਕਿ ਇਹਨੂੰ ਫੋਲਡ ਹੋ ਜਾਵੇ, ਠੀਕ ਹੈ। ਹੁਣ ਇਸੇ ਤਰ੍ਹਾਂ ਇੱਕ ਰੈਕਟੈਂਗਲ ਹੈ, ਇਹਨੂੰ ਟੌਪ ਟੂ ਬਾਟਮ ਵੀ ਫੋਲਡ ਕਰ ਸਕਦੇ, ਲੈਫਟ ਟੂ ਰਾਈਟ ਵੀ ਫੋਲਡ ਕਰ ਸਕਦੇ, ਠੀਕ ਹੈ। ਉਸ ਤੋਂ ਬਾਅਦ ਦੇਖੋ ਥਰਡ ਪਾਰਟ, ਟਰੂ ਔਰ ਫਾਲਸ। ਦ ਲੈਟਰ ਐਫ ਹੈਜ਼ 1 ਲਾਈਨ ਆਫ ਸਿਮੈਟਰੀ। ਜਿਹੜੀ ਕਹਿੰਦੇ ਐਫ ਲੈਟਰ ਆ, ਮਤਲਬ ਕਿ ABC ਦੇ ਵਿੱਚੋਂ, ਇੰਗਲਿਸ਼ ਅਲਫਾਬੈਟ ਦੇ ਵਿੱਚੋਂ ਐਫ ਦੀ 1 ਲਾਈਨ ਸਿਮੈਟਰੀ ਡਰਾ ਹੁੰਦੀ ਹੈ, ਜਦ ਕਿ ਅਸੀਂ ਪਿਛਲੇ ਫਸਟ ਪਾਰਟ 'ਚ ਦੇਖਿਆ ਸੀ ਕਿ ਐਫ ਦੀ ਕੋਈ ਸਿਮੈਟਰੀ ਡਰਾ ਹੁੰਦੀ ਨਹੀਂ। ਸੋ ਇਹਦਾ ਆਨਸਰ ਕੀ ਆਏਗਾ? ਫਾਲਸ। ਦ ਲੈਟਰ ਐਕਸ ਹੈਜ਼ 1 ਲਾਈਨ ਆਫ ਸਿਮੈਟਰੀ। ਐਕਸ ਦੀ ਵੀ ਕਹਿੰਦੇ 1 ਲਾਈਨ ਸਿਮੈਟਰੀ ਡਰਾ ਹੁੰਦੀ। ਦੇਖੋ ਐਕਸ ਹੈ ਆਪਣੇ ਕੋਲ, ਐਕਸ ਦੀ 1 ਲਾਈਨ ਸਿਮੈਟਰੀ ਡਰਾ ਹੁੰਦੀ ਕਿ 2 ਲਾਈਨ। ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਵੀ ਫੋਲਡ ਕਰ ਸਕਦੇ, ਟੌਪ ਟੂ ਬਾਟਮ ਵੀ ਫੋਲਡ ਕਰ ਸਕਦੇ ਹਾਂ, ਔਰ ਲੈਫਟ ਟੂ
ਰਾਈਟ ਵੀ ਫੋਲਡ ਕਰ ਸਕਦੇ ਹਾਂ। ਠੀਕ ਹੈ, ਜਿਸ ਤਰ੍ਹਾਂ ਦੇਖ ਲਓ ਇੱਕ ਵਾਰੀ, ਇਹ ਆਪਣੇ ਕੋਲ ਐਕਸ ਹੈ, ਐਕਸ ਦੀ ਆਪਾਂ ਦੇਖੋ ਟॉप टू बॉटम भी फोल्ड हो गया और लैफ्ट टू राइट भी फोल्ड हो गया। टू लाइन सिमेट्री हो गई। सो इतने उन्होंने क्या है 1 लाइन सिमेट्री, सो ये फॉल्स आ जाएगा। अब पैरलोग्राम हैज़ नो लाइन ऑफ सिमेट्री। पैरलोग्राम किस तरह की होंगी है देख लो, पैरलोग्राम इस तरह की होंगी है अपने को रिक्टेंगल की तरह, रिक्टेंगल नूं समझ लो कि टेढ़ा कर दिता। ठीक है, इस तरह की होंगी पैरलोग्राम। ठीक है, इनू सही तरीके नाल फोल्ड कर लो, दोबारा देख लो, इस तरह की होंगी रिक्टेंगल टाइप पैरलोग्राम। ਇਹਦੀ ਕਹਿੰਦੇ ਕੋਈ ਵੀ ਸਿਮੈਟਰੀ ਨਹੀਂ ਡਰਾ ਹੁੰਦੀ। ਹਾਂਜੀ, ਇਹਦੀ ਕੋਈ ਵੀ ਸਿਮੈਟਰੀ ਡਰਾ ਨਹੀਂ ਹੁੰਦੀ ਕਿਉਂਕਿ ਆਪਣੇ ਕੋਲ ਜਦੋਂ ਇਹਦੀ ਸ਼ੇਪ, ਇਹਦੀ ਥੋੜੀ ਜਿਹੀ ਜਿਹੜੀ ਹੁੰਦੀ ਹੈ ਲਾਈਨ ਟੇਢੀ ਹੋ ਜਾਂਦੀ ਹੈ, ਇੱਧਰ ਵੀ ਟੇਢੀ ਹੋ ਜਾਂਦੀ ਹੈ ਲਾਈਨ। ਸੋ ਜਦੋਂ ਇਹਨੂੰ ਆਪਾਂ ਇੱਦਾਂ ਡਰਾ ਕਰਨਾ ਹੈ, ਉਹਦਾ ਪੋਰਸ਼ਨ ਜਿਹੜਾ ਹੈ ਇੱਧਰੋਂ ਦੇਖੋ, ਜਦੋਂ ਮੈਂ ਇੱਥੇ ਲਾਈਨ ਡਰਾ ਕੀਤੀ, ਇੱਕ ਮਿੰਟ, ਹਾਂਜੀ ਦੇਖੋ एक पैरलोग्राम है, ये मैं सिमेट्री ड्रॉ करके देखी है। देखो जे मैं इनू टॉप टू बॉटम फोल्ड करने की कोशिश करांगी, मतलब कि ये लाइन मैं लगा ली, टॉप टू बॉटम फोल्ड करांगी, आ जिहड़ी अपने कोल लेंथ आ ते इहदी वाली लेंथ आ, इहदे नालों ये घट जाएगी, ये वध जाएगी, मतलब लेंथ इक्वल नहीं होएगी जो इनू फोल्ड करांगे। फोल्ड हुंदी नहीं ये, टॉप टू बॉटम फोल्ड करके देखो, कोई टेढ़ा पेपर इस तरह का कटिंग करके उन्होंने फोल्ड करके देखियो, फोल्ड प्रॉपरली नहीं होएगा जिस तरह आप स्क्वेयर पेपर नू फोल्ड करते हैं। सो ये कोई भी सिमेट्री जिहड़ी ड्रॉ नहीं होनी हैगी। ठीक है, सो इसका आंसर सही है, ट्रू आ जाना है ना। अ स्क्वेयर हैज़ 2 लाइन्स ऑफ सिमेट्री। हाँ जी, स्क्वेयर दियाँ कहते 2 लाइन्स ऑफ सिमेट्रियाँ होंदियां। स्क्वेयर दियाँ साइडां की होंदियां अपने कोल बराबर, एक स्क्वेयर आ, ठीक है, ਉਹਦੀਆਂ ਸਾਈਡਾਂ ਕੀ ਹੁੰਦੀਆਂ ਆਪਸ 'ਚ ਇਕੁਅਲ ਹੁੰਦੀਆਂ। ਇਹਦੇ ਵਿੱਚ ਨੰਬਰ ਆਫ ਲਾਈਨ ਆਫ ਸਿਮੈਟਰੀ ਦੇਖੋ, ਇੱਕ ਤਾਂ ਇਹ ਹੋ ਗਈ, ਇੱਕ ਇਹ ਹੋ ਗਈ। ਠੀਕ ਹੈ, ਲਾਈਨ ਸਿਮੈਟਰੀ ਹੋ ਗਈ। ਇੱਕ ਆਪਾਂ ਇਹਨੂੰ ਇਸ ਤਰ੍ਹਾਂ ਵੀ ਡਰਾ ਕਰ ਸਕਦੇ ਹਾਂ, ਇੱਦਾਂ ਵੀ ਡਰਾ ਕਰ ਸਕਦੇ ਹਾਂ। ਸੋ ਇਹਦੇ ਵਿੱਚ ਆਪਣੇ ਕੋਲ 2 ਲਾਈਨਸ ਆਫ ਸਿਮੈਟਰੀ ਨਹੀਂ ਹੋਣਗੀਆਂ। ਠੀਕ ਹੈ, ਸੋ ਇਹਦਾ ਆਂਸਰ 4 ਲਾਈਨਸ ਆਫ ਸਿਮੈਟਰੀ ਹੋਣਾ ਸੀ। ਸੋ ਇਹ ਕੀ ਹੈ, ਫਾਲਸ, ਫਾਲਸ ਲਿਖ ਲਿਓ। ਆ ਪੈਂਟਾਗਨ ਵਿਚ ਹੈਜ਼ ਮੋਰ ਦੈਨ 1 ਲਾਈਨ ਆਫ ਸਿਮੈਟਰੀ ਮਸਟ ਬੀ ਰੈਗੂਲਰ। ਪੈਂਟਾਗਨ ਕਿਸ ਤਰ੍ਹਾਂ ਦੀ ਹੁੰਦੀ, ਤੁਸੀਂ ਪੈਂਟਾਗਨ ਇਸ ਤਰ੍ਹਾਂ ਦੀ ਹੁੰਦੀ, ਦੇਖੋ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਪੈਂਟਾਗਨ ਦੀ। ਠੀਕ ਹੈ, ਇਹਦੇ ਵਿੱਚ ਕਹਿੰਦੇ ਮੋਰ ਦੈਨ 1 ਲਾਈਨ ਆਫ ਸਿਮੈਟਰੀ ਹੁੰਦੀਆਂ। ਹਾਂਜੀ, ਇਹਦੇ ਵਿੱਚ ਮੋਰ ਦੈਨ 1 ਲਾਈਨਸ ਆਫ ਸਿਮੈਟਰੀ ਹੋ ਸਕਦੀਆਂ। ਠੀਕ ਹੈ, ਇਸ ਤਰ੍ਹਾਂ ਆਪਾਂ ਇਹਨੂੰ ਮੋਰ ਦੈਨ 1 ਲਾਈਨਸ ਆਫ ਸਿਮੈਟਰੀ ਦੇ ਥਰੂ ਆਪਾਂ ਦਿਖਾ ਸਕਦੇ ਹਾਂ ਕਿ ਮੋਰ ਦੈਨ 1 ਲਾਈਨਸ ਆਫ ਸਿਮੈਟਰੀ ਹੁੰਦੀਆਂ ਇਹਦੇ ਵਿੱਚ। ਯੈਸ, ਇਹ ਟਰੂ ਆ ਜਾਏਗਾ। ਰਾਈਟ ਐਂਗਲ ਟ੍ਰਾਇੰਗਲ ਜਿਹੜੀ ਹੁੰਦੀ ਹੈ हैव ऑलमोस्ट 1 लाइन ऑफ सिमेट्री। राइट एंगल ट्रायंगल जिस तरह मैं थानू फस्ट पार्ट दे विच भी कराई सी, देखो ये राइट एंगल ट्रायंगल है, ये 1 लाइन ही सिमेट्री ड्रॉ होंदी है। सो इसका आंसर भी आ जाएगा, ट्रू आ जाएगा। ठीक है, सो उस तो बाद इक्वलेंटर एन इक्विलेटरल ट्रायंगल हैज़ 3 लाइन्स ऑफ सिमेट्री। इक्विलेटरल ट्रायंगल किहड़ी हुंदी, जिहदे विच सारियां साइडां की हुंदियां आपस च बराबर हुंदियां। जो सारियां साइडां ही आपस च बराबर हैगियां दैन उहदे विच 3 लाइन्स ऑफ सिमेट्री ड्रॉ हो सकदियां ने। ठीक है, सो ये की है, ट्रू है। ठीक है, उस तो बाद नैक्सट देखो, हाउ मैनी लाइन्स ऑफ सिमेट्री डू द फॉलोइंग हैव। देखो किन्नियां लाइन्स ऑफ सिमेट्री ड्रॉ हो सकदियां है। जिस तरह हुण पैरलोग्राम दे विच देखो, पैरलोग्राम दे विच हुणे तुहानूं दस के हटिया कि कोई सिमेट्री लाइन ड्रॉ नहीं हुंदी हैगी। एक सैमी सर्कल है, सैमी सर्कल की हुंदा है, हाफ सर्कल इस तरह का। ठीक है, सैमी सर्कल की हुंदा, हाफ सर्कल। ठीक है, ये लाइन ऑफ सिमेट्री ड्रॉ हो सकदियां है। हाँ जी, किन्नियां हो सकदियां, 1। ठीक है, सो इसदा आंसर क्या आ जाएगा, 1। एक सर्कल है, सर्कल दे विच लाइन्स ऑफ सिमेट्री इनफाइनाइट क्यों लिखिया होया है, क्योंकि एक सर्कल है वो कितनी सारियां लाइन ऑफ सिमेट्री ड्रॉ कर सकते हैं आप। ठीक है, क्लीयर। जिस तरह हम देखो ये सर्कल है अपने को, एक सर्कल है। ठीक है, ये आप राइट टू लैफ्ट, लैफ्ट टू राइट भी फोल्ड करते हैं, इस तरह भी कट सकते हैं, इस तरह भी कर सकते हैं, जिदा मर्जी इनू, मतलब कि जिथे मर्जी आप लाइन ऑफ सिमेट्री जिन्नियां मर्जी ड्रॉ कर सकते। सो तां करके इनू की लिखिया, इनफाइनाइट। एक रैक्टेंगल है, रैक्टेंगल दे विच किन्नियां लाइन ऑफ सिमेट्री हुंदियां, 2। किस तरह देखो, ये रैक्टेंगल है, ये किन्नियां लाइन्स ऑफ सिमेट्री है, 2 है। ठीक है, उस तो बाद एक स्क्वेयर है, स्क्वेयर भी मैं थानू डायग्राम बना के दिखाई सी, ओहदियां किन्नियां लाइन ऑफ सिमेट्री है, 4। स्क्वेयर दे विच मैं थानू हुणे समझाया सीगा, देख लो स्क्वेयर दे विच किन्नियां हुंदियां, 4 हुंदियां, 1 2 3 4। ठीक है, 4 लाइन्स ऑफ सिमेट्री हुंदियां। उस तो बाद रैगूलर हैक्सागन, हैक्सागन दे विच किन्नियां हुंदियां, 6 हुंदियां लाइन ऑफ सिमेट्री। हैक्सागन की शेप किस तरह की होंगी है, हाँ जी आ देख लो, हैक्सागन की शेप इस तरह की होंगी है। ठीक है, हैक्सागन दी देख लो हुण 1 लाइन सिमेट्री, 2 लाइन सिमेट्री, 3 लाइन सिमेट्री, 4 5 6 लाइन ऑफ सिमेट्री। इस तरह 6 टाइप दियां लाइन्स ऑफ सिमेट्री ड्रॉ हो सकती हैं। ठीक है, उस तो बाद आ गया
ਤੁਸੀਂ ਸਿਰਫ ਇਸ ਤਰ੍ਹਾਂ ਹੀ ਆਨਸਰ ਲਿਖਣੇ ਨੇ, ਸਮਝਾਉਣ ਦੇ ਲਈ ਤੁਸੀਂ ਸਮਝ ਲਓ ਚੰਗੀ ਤਰ੍ਹਾਂ, ਠੀਕ ਹੈ। ਐਨ ਆਈਸੋਸਕੇਲਸ ਟ੍ਰਾਇੰਗਲ ਜਿਹੜੀ ਹੁੰਦੀ ਆ ਉਹਦਾ ਕਿੰਨੇ ਹੁੰਦੇ ਨੇ 1 ਲਾਈਨਸ ਆਫ ਸਿਮੈਟਰੀ ਹੁੰਦੀ ਆ। ਆਈਸੋਸਕੇਲਨ ਟ੍ਰਾਇੰਗਲਸ ਕੀ ਹੁੰਦੀ ਹੈ, ਜਿਹਦੇ ਵਿੱਚ ਮਤਲਬ ਕਿ ਇੱਕ ਸਾਈਡ ਜਿਹੜੀ ਦੋ ਸਾਈਡ ਆਪਸ 'ਚ ਇਕੁਅਲ ਹੁੰਦੀ ਹੈ, ਇੱਕ ਸਾਈਡ ਇਕੁਅਲ ਨਹੀਂ ਹੁੰਦੀ ਹੈਗੀ, ਠੀਕ ਹੈ। ਉਸ ਤੋਂ ਬਾਅਦ ਸਕੇਲਨ ਟ੍ਰਾਇੰਗਲ, ਇੱਕ ਸਕੇਲਨ ਟ੍ਰਾਇੰਗਲ ਜਿਹੜੀ ਆ ਉਹਦੇ ਵਿੱਚ ਕੋਈ ਲਾਈਨਸ ਆਫ ਸਿਮੈਟਰੀ ਡਰਾ ਨਹੀਂ ਹੁੰਦੀ ਹੈਗੀ। ਉਸ ਤੋਂ ਬਾਅਦ ਐਨ ਇਕੁਲੇਟਰਲ ਟ੍ਰਾਇੰਗਲ ਜਿਹਦੀਆਂ ਸਾਰੀਆਂ ਸਾਈਡਾਂ ਆਪਸ 'ਚ ਬਰਾਬਰ ਹੁੰਦੀਆਂ, ਸੋ ਇਹਦੀਆਂ ਲਾਈਨ ਆਫ ਸਿਮੈਟਰੀ 3 ਹੋਣਗੀਆਂ। ਇੱਕ ਰੋਮਬਸ ਕਿਸ ਤਰ੍ਹਾਂ ਦੀ ਹੁੰਦੀ ਹੈ, ਰੋਮਬਸ ਵੀ ਸਕੁਅਰ ਟਾਈਪ ਹੁੰਦੀ ਹੈ ਬਟ ਥੋੜੀ ਟੇਢੀ ਹੁੰਦੀ ਹੈ ਇਸ ਤਰ੍ਹਾਂ, ਠੀਕ ਹੈ। ਇਹਦੀਆਂ ਸਾਈਡਾਂ ਆਪਸ 'ਚ ਇਕੁਅਲ ਹੁੰਦੀਆਂ। ਸੋ ਇਹਦੇ ਵਿੱਚ ਦੇਖੋ ਹੁਣ ਆਪਾਂ ਲਾਈਨਸ ਆਫ ਸਿਮੈਟਰੀ ਕਿੰਨਾ ਡਰਾ ਕਰ ਸਕਦੇ ਹਾਂ। ਦੇਖੋ ਸਭ ਤੋਂ ਪਹਿਲਾਂ ਤਾਂ ਇੱਕ ਇਹ ਹੋ ਜਾਏਗੀ, ਠੀਕ ਹੈ, ਔਰ ਇਸ ਤਰ੍ਹਾਂ, ਠੀਕ ਹੈ, 2 ਲਾਈਨਸ ਆਫ ਸਿਮੈਟਰੀ ਹੋ ਜਾਏਗੀਆਂ, ਕਲੀਅਰ। ਇਹਦੇ ਵਿੱਚ ਉਸ ਤੋਂ ਬਾਅਦ ਰਾਈਟ ਟ੍ਰਾਇੰਗਲਸ ਵਿਦ ਇਕੁਅਲ ਲੈਗਸ, ਇੱਕ ਰਾਈਟ ਟ੍ਰਾਇੰਗਲ ਆ ਜਿਹਦੀਆਂ ਮਤਲਬ ਕਿ ਜਿਹੜੀਆਂ ਲਾਈਨਸ ਆ ਉਹ ਇਕੁਅਲ ਆ, ਮਤਲਬ ਉਹੀ ਹੋ ਗਈ ਰਾਈਟ ਐਂਗਲ ਟ੍ਰਾਇੰਗਲਸ, ਠੀਕ ਹੈ। ਸੋ ਇਹਦੀ ਲਾਈਨ ਆਫ ਸਿਮੈਟਰੀ 1 ਸੀ, ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ। ਉਸ ਤੋਂ ਬਾਅਦ 5th ਪਾਰਟ ਦੇਖੋ। 5th ਪਾਰਟ ਦੇ ਵਿੱਚ ਡਰਾ ਦਾ ਲਾਈਨ ਆਫ ਸਿਮੈਟਰੀ ਇਨ ਈਚ ਆਫ ਦਾ ਫੋਲੋਇੰਗਸ ਲੈਟਰਸ ਆਫ ਦਾ ਇੰਗਲਿਸ਼ ਅਲਫਾਬੈਟਸ। ਇਹਦੇ ਵਿੱਚ ਲਾਈਨਸ ਆਫ ਸਿਮੈਟਰੀ ਤੁਸੀਂ ਡਰਾ ਕਰਨੀਆਂ ਨੇ। ਸਭ ਤੋਂ ਪਹਿਲਾਂ ਇਹਦੇ ਵਿੱਚ ਦੇਖੋ ਮੈਂ ਲਾਈਨ ਡਰਾ ਕਰ ਦਿੱਤੀ ਸੀਗੀ, ਠੀਕ ਹੈ। ਇਸ ਤਰ੍ਹਾਂ ਤੁਸੀਂ ਡਰਾ ਕਰ ਸਕਦੇ ਆ। ਇਸੇ ਤਰ੍ਹਾਂ B ਦੇ ਵਿੱਚ ਡਰਾ ਕਰ ਸਕਦੇ ਆ, ਇਸ ਤਰ੍ਹਾਂ C ਦੇ ਵਿੱਚ ਵੀ ਇਸ ਤਰ੍ਹਾਂ ਡਰਾ ਕਰ ਸਕਦੇ ਆ, ਔਰ D ਦੇ ਵਿੱਚ ਵੀ ਇਸ ਤਰ੍ਹਾਂ ਡਰਾ ਕਰ ਸਕਦੇ ਆ। ਉਸ ਤੋਂ ਬਾਅਦ E ਦੇ ਵਿੱਚ ਵੀ ਇੱਕੋ ਲਾਈਨ ਆਫ ਸਿਮੈਟਰੀ ਡਰਾ ਹੋਏਗੀ। F 'ਚ 2 ਹੋਣਗੀਆਂ, ਇਸ ਤਰ੍ਹਾਂ ਵੀ ਕਰ ਸਕਦੇ ਹਾਂ ਆਪਾਂ, ਟੌਪ ਟੂ ਬਾਟਮ, ਔਰ ਇਹ ਤੁਸੀਂ ਪ੍ਰੋਪਰ ਸਕੇਲ ਨਾਲ ਲਗਾ ਲੈਣੀ ਆ, ਟੌਪ ਟੂ ਬਾਟਮ ਔਰ ਲੈਫਟ ਟੂ ਰਾਈਟ। ਇਸ ਤਰ੍ਹਾਂ I ਦੇ ਵਿੱਚ ਵੀ ਪਹਿਲਾਂ ਤੁਸੀਂ ਸਿੱਧੀ ਲਾਈਨ ਲਗਾਉਣੀ ਹੈ, ਠੀਕ ਹੈ, ਉਸ ਤੋਂ ਬਾਅਦ ਇਸ ਤਰ੍ਹਾਂ ਲਗਾਉਣੀ ਹੈ। ਇਹ ਡਾਟਡ ਲਾਈਨਸ ਹੀ ਲਗਾਉਣੀ ਆ ਤੁਸੀਂ। ਉਸ ਤੋਂ ਬਾਅਦ K ਦੀ ਸਿਮੈਟਰੀ ਕਿੰਨੀ ਹੋਏਗੀ, ਇਸ ਤਰ੍ਹਾਂ ਹੋ ਸਕਦੀ ਇੱਕ, ਠੀਕ ਹੈ, ਬਸ ਇੱਕੋ ਲਾਈਨ ਆਫ ਸਿਮੈਟਰੀ ਡਰਾ ਹੋਏਗੀ। M ਦੀ ਵੀ ਇੱਕੋ ਹੀ ਹੋਏਗੀ, ਠੀਕ ਹੈ, ਔਰ O ਦੀਆਂ ਜਿਹੜੀਆਂ 2 ਹੋਣਗੀਆਂ, ਇਸ ਤਰ੍ਹਾਂ ਸਿੱਧੀ ਕਰ ਦਿਓ, ਇੱਕ ਇਸ ਤਰ੍ਹਾਂ ਲਗਾ ਦਿਓ, ਠੀਕ ਹੈ। ਮੇਰੇ ਕੋਲ ਇੱਕ ਹੱਥ ਨਾਲ ਡਰਾ ਨਹੀਂ ਹੋ ਰਿਹਾ ਚੰਗੀ ਤਰ੍ਹਾਂ, ਮੈਂ ਤੁਹਾਨੂੰ ਜਸਟ ਦੱਸ ਸਕਦੀ ਹਾਂ, ਠੀਕ ਹੈ। ਇਸ ਤਰ੍ਹਾਂ ਤੁਸੀਂ ਮਤਲਬ 2 ਲਾਈਨਾਂ ਲਗਾਉਣੀਆਂ। ਇਸੇ ਤਰ੍ਹਾਂ T ਦੇ ਵਿੱਚ 1 ਲਗਾਉਣੀ ਹੈ, ਠੀਕ ਹੈ, ਪ੍ਰੋਪਰ ਤੁਸੀਂ ਇਹ ਸਕੇਲ ਨਾਲ ਲਗਾ ਲੈਣੀ ਹੈ। U ਦੇ ਵਿੱਚ ਵੀ 1 ਲਗਾਉਣੀ ਹੈ, ਠੀਕ ਹੈ। ਉਸ ਤੋਂ ਬਾਅਦ V ਦੇ ਵਿੱਚ ਵੀ 1 ਲਗਾਉਣੀ ਹੈ, W ਦੇ ਵਿੱਚ ਵੀ 1 ਹੀ ਲਗਾਉਣੀ ਹੈ, X ਦੇ ਵਿੱਚ 2 ਲਗਾਉਣੀਆਂ ਨੇ, ਇੱਕ ਇਸ ਤਰ੍ਹਾਂ ਔਰ ਇੱਕ ਇਸ ਤਰ੍ਹਾਂ, ਕਲੀਅਰ। ਆਈ ਹੋਪ ਕਿ ਤੁਹਾਨੂੰ ਸਮਝ ਲੱਗ ਰਿਹਾ ਹੋਏਗਾ। ਜੇ ਕਿਸੇ ਬੱਚੇ ਨੂੰ ਫਿਰ ਵੀ ਕੋਈ ਪ੍ਰੋਬਲਮ ਹੈ ਦੈਨ ਮੈਨੂੰ ਮੈਸੇਜ ਕਰ ਦਿਓ। ਜਿਨ੍ਹਾਂ ਬੱਚਿਆਂ ਦੀ ਪ੍ਰੋਬਲਮਸ ਪਿਛਲੀਆਂ ਐਕਸਰਸਾਈਜ਼ਾਂ ਦੇ ਵਿੱਚ ਹੈਗੀਆਂ ਨੇ ਮੈਨੂੰ ਪਤਾ ਹੈ, ਠੀਕ ਹੈ। ਮੈਂ ਤੁਹਾਡਾ ਇੱਕ ਡਾਊਟ ਸੈਸ਼ਨ ਲਵਾਂਗੀ, ਠੀਕ ਹੈ, ਜਿਹਦੇ ਵਿੱਚ ਤੁਹਾਡੇ ਸਾਰੇ ਡਾਊਟਸ ਕਲੀਅਰ ਕਰ ਦਿਆਂਗੀ। ਜਿਸ ਬੱਚੇ ਨੂੰ ਕਿਸੇ ਵੀ ਸਮਝ 'ਚ ਕੋਈ ਪ੍ਰੋਬਲਮ ਹੁੰਦੀ ਹੈ ਮੈਨੂੰ ਕਮੈਂਟ ਜ਼ਰੂਰ ਕਰ ਦਿਆ ਕਰੋ, ਮੈਂ ਨੋਟ ਡਾਊਨ ਕਰੀ ਜਾ ਰਹੀ ਹਾਂ। ਅਤੇ ਤੁਹਾਡੀ ਇੱਕ ਡਾਊਟ ਸੈਸ਼ਨ ਲਵਾਂਗੀ ਜਿਹਦੇ ਵਿੱਚ ਸਾਰੇ ਤੁਹਾਡੇ ਡਾਊਟਸ ਜਿਹੜੇ ਨੇ ਉਹ ਮੈਂ ਕਲੀਅਰ ਕਰਵਾ ਦਿਆਂਗੀ, ਠੀਕ ਹੈ। ਸੋ ਇਸ ਲਈ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਮੈਂ ਮਤਲਬ ਕਿ ਭੁੱਲੀ ਨਹੀਂ ਹੈਗੀ, ਮੈਨੂੰ ਪਤਾ ਹੈ ਕਿ ਤੁਹਾਨੂੰ ਇਸ ਚੀਜ਼ ਦਾ ਡਾਊਟ ਹੈ। ਤੁਸੀਂ ਮੈਨੂੰ ਜਸਟ ਮੈਸੇਜ ਕਰ ਦਿਓ, ਮੈਂ ਉਹ ਡਾਊਟ 'ਤੇ ਮਤਲਬ ਨੋਟ ਡਾਊਨ ਕਰ ਰਹੀ ਹਾਂ, ਅਤੇ ਮੈਂ ਤੁਹਾਡਾ ਇੱਕ ਡਾਊਟ ਸੈਸ਼ਨ ਜ਼ਰੂਰ ਲਵਾਂਗੀ, ਕਲੀਅਰ। ਉਸ ਤੋਂ ਬਾਅਦ ਦੇਖੋ, ਵਟ ਅਦਰ ਨੇਮ ਕੈਨ ਯੂ ਗਿਵ ਟੂ ਦ ਲਾਈਨ ਆਫ ਸਿਮੈਟਰੀ ਆਫ, ਮਤਲਬ ਕਿ ਇਹਦਾ ਨੇਮ ਕੀ ਦੇ ਸਕਦੇ ਹਾਂ ਲਾਈਨ ਆਫ ਸਿਮੈਟਰੀ ਜਿਹੜੀ ਡਰਾ ਹੋਈ। ਜਿੱਦਾਂ ਇੱਕ ਆਈਸੋਸਕੇਲਨ ਟ੍ਰਾਇੰਗਲ ਹੈ ਉਹਦੀ ਜਿਹੜੀ ਲਾਈਨ ਆਫ ਸਿਮੈਟਰੀ ਕਿਹੜੀ ਹੋਊਗੀ, ਇਹੀ ਹੋਏਗੀ। ਸੋ ਇਹਨੂੰ ਆਪਾਂ ਹਾਈਟ ਕਹਿ ਸਕਦੇ ਹਾਂ, ਹਾਈਟ ਹੀ ਹੈ ਇਹ ਇੱਕ ਟ੍ਰਾਇੰਗਲ ਦੀ। ਸਰਕਲ ਦਾ ਕੀ ਹੋ ਸਕਦਾ ਹੈ, ਸਰਕਲ ਦਾ ਡਾਇਆਮੀਟਰ ਹੋ ਸਕਦਾ ਹੈ, ਕਿਉਂਕਿ ਸਰਕਲ ਦਾ ਜਿਹੜਾ ਇਹ ਸਰਕਲ ਹੈ ਉਹਦਾ ਪੂਰਾ ਡਾਇਆਮੀਟਰ ਹੁੰਦਾ ਇੱਕ। ਦੇਖੋ ਡਾਇਆਮੀਟਰ ਕੀ ਹੁੰਦਾ, ਇਹ ਸਰਕਲ ਹੈ, ਠੀਕ ਹੈ, ਇਹਦਾ ਪੂਰਾ ਡਾਇਆਮੀਟਰ ਹੈ। ਜਾਂ ਇਸ ਤਰ੍ਹਾਂ ਹੋ ਸਕਦਾ ਹੈ, ਜਾਂ ਇਸ ਤਰ੍ਹਾਂ ਹੋ ਸਕਦਾ ਹੈ, ਜਾਂ ਇਸ ਤਰ੍ਹਾਂ ਹੋ ਸਕਦਾ ਹੈ, ਠੀਕ ਹੈ। ਸੋ ਇਹਦਾ ਆਨਸਰ ਕੀ ਆਏਗਾ, ਡਾਇਆਮੀਟਰ। ਮਤਲਬ ਕਹਿੰਦਾ ਕਿ ਸਿਮੈਟਰੀ ਜਿਹੜੀ ਹੈ ਡਾਇਆਮੀਟਰ ਦੇ ਵਾਂਗ ਡਰਾ ਹੋਏਗੀ, ਠੀਕ ਹੈ। ਉਸ ਤੋਂ ਬਾਅਦ ਦੇਖੋ, ਰਾਈਟ ਦਾ ਕੈਪੀਟਲ ਲੈਟਰਸ ਆਫ ਦਾ ਇੰਗਲਿਸ਼ ਅਲਫਾਬੈਟ ਵਿਚ ਹੈਜ਼ ਨੋ ਲਾਈਨ ਆਫ ਸਿਮੈਟਰੀ, ਜਿਨ੍ਹਾਂ ਦੀ ਕੋਈ ਲਾਈਨ ਆਫ ਸਿਮੈਟਰੀ ਡਰਾ ਨਹੀਂ ਹੁੰਦੀ, ਉਹਨਾਂ ਕੈਪੀਟਲਸ ਲੈਟਰਸ ਨੂੰ ਦੱਸਣਾ ਹੈ। ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ABCD ਤੁਸੀਂ ਡਰਾ ਕੀਤੀ ਸੀ, ਇਹਦੇ ਵਿੱਚੋਂ ਜਿਹੜੇ ਨਹੀਂ ਹੈਗੇ ਉਹੀ ਜਿਹੜੇ ਆ ਲਾਈਨ ਆਫ ਸਿਮੈਟਰੀ ਨਹੀਂ ਹੈਗੇ। ਬਸ ਤੁਸੀਂ ਇਹਨਾਂ ਵਿੱਚੋਂ ਦੇਖ ਲਓ ਕਿਹੜੇ ਨਹੀਂ ਹੈਗੇ। ਜਿੱਦਾਂ F ਹੈ ਨਹੀਂ, G ਹੈ ਨਹੀਂ, J ਹੈ ਨਹੀਂ, ਉਸ ਤੋਂ ਬਾਅਦ ਦੇਖ ਲਓ L ਹੈ ਨਹੀਂ, N ਹੈ ਨਹੀਂ, P ਹੈ ਨਹੀਂ, Q ਹੈ ਨਹੀਂ, R ਹੈ ਨਹੀਂ, S ਹੈ ਨਹੀਂ, Z ਹੈ ਨਹੀਂ। ਇਹੀ ਜਿਹੜੇ ਆ ਇਹਨਾਂ ਦੀ ਲਾਈਨ ਆਫ ਸਿਮੈਟਰੀ ਡਰਾ ਹੀ ਨਹੀਂ ਹੁੰਦੀ, ਤਾਂ ਹੀ ਉਹਨੇ ਦਿੱਤੇ ਨਹੀਂ ਹੈਗੇ, ਕਲੀਅਰ। ਉਸ ਤੋਂ ਬਾਅਦ ਜਿਹੜਾ 8th ਪਾਰਟ ਹੈ, 8th ਪਾਰਟ ਜਿਹੜਾ ਤੁਸੀਂ ਡਰਾ ਕਰਨਾ ਹੈ, ਤੁਹਾਡਾ ਇਹ ਹੋਮਵਰਕ ਹੈ। 8th ਪਾਰਟ ਦੇ ਲਾਈਨ ਆਫ ਸਿਮੈਟਰੀ ਤੁਸੀਂ ਖੁਦ ਡਰਾ ਕਰਨੀ ਹੈ, ਇਹ ਤੁਹਾਨੂੰ ਮੈਂ ਨਹੀਂ ਕਰਵਾਵਾਂਗੀ। ਈਜ਼ੀ ਹੈ, ਜੇ ਬੱਚੇ ਨੂੰ ਇਹ ਐਕਸਰਸਾਈਜ਼ ਸਮਝ ਲੱਗ ਗਈ ਹੈ ਦੈਨ ਈਜ਼ੀਲੀ ਸਮਝ ਲੱਗ ਜਾਏਗੀ।
ਸੋ ਸਟੂਡੈਂਟ ਤੁਸੀਂ ਮੈਨੂੰ ਦੱਸਣਾ ਹੈ ਕਿ ਤੁਹਾਨੂੰ ਸਮਝ ਲੱਗੀ ਕਿ ਨਹੀਂ ਲੱਗੀ। ਠੀਕ ਹੈ, ਓਕੇ, ਥੈਂਕ ਯੂ, ਹੈਵ ਅ ਨਾਈਸ ਡੇ। ਨੈਟ ਔਨ ਕਰੀ।